ਲੋਕ ਆਖਦੇ ਨੇ ਸ਼ਾਇਰ ਤਾਂ ਪਾਗਲ ਹੁੰਦੇ ਨੇ, ਐਵੇਂ ਭਾਵਕ ਜਿਹਾ ਸੋਚਦੇ ਨੇ। ਸੱਚ ਦੱਸਾਂ, ਮੈਂ ਪਾਗਲ ਨਹੀਂ ਹਾਂ। ਦੱਸੋ, ਤੁਸੀਂ ਤਾਂ ਮੇਰੀਆਂ ਕਵਿਤਾਵਾਂ ਪੜ੍ਹੀਆਂ ਹੀ ਨੇ ਨਾ। ਜੇ ਮੈਂ ਪਾਗਲ ਹੁੰਦਾ ਇੰਨੀਆਂ ਚੰਗੀਆਂ ਕਵਿਤਾਵਾਂ ਲਿਖਦਾ। ਭਾਵਕ ਤਾਂ ਮੈਂ ਹੈਗਾ। ਭਾਵਕ ਹੋਣਾ ਕੋਈ ਮਿਹਨਤ ਤਾਂ ਨਹੀਂ। ਸ਼ਾਇਰ ਬਣਿਆ ਤਾਂ ਮੈਂ ਮੁਹੱਬਤ ਦਾ ਮਾਰਿਆ ਹੀ ਸੀ। ਪਰ ਕਮਾਲ ਦੀ ਗੱਲ ਦੇਖੋ, ਮੁਹੱਬਤ 'ਤੇ ਮੈਂ ਇੱਕ ਵੀ ਕਵਿਤਾ ਨਹੀਂ ਲਿਖੀ। ਮੇਰੀਆਂ ਕਵਿਤਾਵਾਂ ਵਿੱਚ ਤਾਂ ਟੁੱਟ ਰਹੇ ਘਰਾਂ ਦੀ ਗੱਲ ਆ, ਜ਼ਿੰਦਗੀ ਦੇ ਦੁੱਖਾਂ ਦੀ ਗੱਲ ਆ, ਵਿਸ਼ਵ ਦੀ ਗੱਲ ਆ ਤੇ ਪਿੰਡ ਦੀ ਗੱਲ ਆ। ਕੀ ਕਿਹਾ? ਵਿਸ਼ਵ ਪਿੰਡ? ਤੁਸੀਂ ਇਹ ਸਵਾਲ ਪੁੱਛ ਰਹੇ ਹੋ? ਤੁਸੀਂ ਜਿਨ੍ਹਾਂ ਨੇ ਵਿਸ਼ਵ ਪਿੰਡ ਦੀ ਨੀਂਹ ਰੱਖਣ ਲਈ ਸਭ ਤੋਂ ਵੱਧ ਯੋਗਦਾਨ ਪਾਇਆ, ਹੁਣ ਪੁੱਛਦੇ ਹੋ ਕਿਵੇਂ? ਬਸ ਬਾਜ਼ਾਰ ਦੇ ਹਾਣੀ ਬਣ ਗਏ। ਇਹ ਕਥਾ ਤਾਂ ਬੜੀ ਸੌਖੀ ਆ। ਇਹ ਤਾਂ ਮੈਂ ਤੁਹਾਨੂੰ ਗੱਲੀ ਬਾਤੀਓਂ ਸਮਝਾ ਦੇਣੀ ਆ। ਜਰਾ ਆਪਦੇ ਹੱਥ ਵਿੱਚ ਦੇਖੋ, ਆਈਫੋਨ ਦੀ ਸਭ ਤੋਂ ਲੇਟੈਸਟ ਜਨਰੇਸ਼ਨ ਦਾ ਤਾਂ ਫੋਨ ਫੜੀ ਬੈਠੇ ਹੋ। ਅਜੇ ਪੁੱਛਦੇ ਹੋ ਕਿਵੇਂ? ਬਸ ਜਦੋਂ ਬੰਦਾ ਬੂਆ ਖੋਲ੍ਹ ਕੇ ਬਾਜ਼ਾਰ ਨੂੰ ਕਹੇ ਆ ਮੇਰੇ ਘਰ ਵੜਿਆ, ਉਦੋਂ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਂਦਾ। ਮੁਹੱਬਤ ਦੀ ਕਵਿਤਾ ਕਿਉਂ ਨਹੀਂ ਲਿਖੀ? ਮੁਹੱਬਤ ਦੀ ਕਵਿਤਾ? ਇਹ ਸਵਾਲ ਬੜਾ ਦੁੱਖ ਦੇਣਾ ਹੈ। ਜਿਵੇਂ ਕਈ ਬੰਦੇ ਦੁੱਖ ਦੇਣੇ ਹੁੰਦੇ ਨੇ, ਉਸੇ ਤਰ੍ਹਾਂ ਕਈ ਸਵਾਲ ਵੀ ਦੁੱਖ ਦੇਣੇ ਹੁੰਦੇ ਨੇ। ਸਵਾਲ ਮੇਰੇ ਜ਼ਿਹਨ ਵਿੱਚ ਵੀ ਬਹੁਤ ਉੱਠਦੇ ਨੇ। ਹੁਣ ਤੁਸੀਂ ਕਹੋਗੇ ਕਵੀਆਂ ਦੀ ਤਾਂ ਇਹ ਆਦਤ ਹੀ ਹੁੰਦੀ ਆ। ਹਾਂ, ਬਸ ਇਸੇ ਆਦਤ ਨੇ ਤਾਂ ਉਜਾੜਿਆ ਮੈਨੂੰ। ਸਵਾਲ ਤਾਂ ਮੈਂ ਅਮਨ ਨੂੰ ਵੀ ਬਹੁਤ ਕਰਦਾ ਸੀ, ਪਰ ਜਦੋਂ ਉਹਨੇ ਸਵਾਲ ਪਾਇਆ ਤਾਂ ਮੇਰੀਆਂ ਨਾੜਾਂ ਵਿੱਚ ਦੌੜਦਾ ਖੂਨ ਬਰਫ਼ ਬਣ ਕੇ ਜੰਮ ਗਿਆ। ਤਾਈਓਂ ਤਾਂ ਮੈਂ ਕਹਿਣਾ, ਕਈ ਸਵਾਲ ਬੜੇ ਦੁੱਖ ਦੇਣੇ ਹੁੰਦੇ ਨੇ। ਇਸੇ ਲਈ ਮੈਂ ਅਮਨ ਬਾਰੇ ਤੇ ਉਹਦੀ ਮੁਹੱਬਤ ਬਾਰੇ ਕਦੇ ਕੋਈ ਕਵਿਤਾ ਨਹੀਂ ਲਿਖੀ। ਉਹ ਬਹੁਤ ਕਹਿੰਦੀ ਹੁੰਦੀ ਸੀ, ਅਸੀਮ, ਤੂੰ ਮੇਰੇ ਬਾਰੇ ਵੀ ਕੋਈ ਕਵਿਤਾ ਲਿਖਣਾ। ਮਨ ਤਾਂ ਮੇਰਾ ਵੀ ਬਹੁਤ ਕਰਦਾ ਸੀ, ਪਰ ਜਿਵੇਂ ਲਫ਼ਜ਼ੇ ਥੁੜ ਗਏ ਹੋਣ, ਉਹ ਕਵਿਤਾ ਮੇਰੇ ਕੋਲੋਂ ਕਦੇ ਪੂਰੀ ਨਾ ਕਰ ਹੋਈ। ਬਹੁਤ ਸਾਰੀਆਂ ਕਵਿਤਾਵਾਂ ਅਕਸਰ ਅਧੂਰੀਆਂ ਰਹਿ ਜਾਂਦੀਆਂ ਨੇ। ਜਿਵੇਂ ਮੈਂ ਇੱਕ ਉਦਾਸ ਪਿੰਡ ਦੀ ਕਵਿਤਾ ਬਹੁਤ ਸਾਲਾਂ ਤੋਂ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਮੇਰੇ ਕੋਲੋਂ ਪੂਰੀ ਨਹੀਂ ਹੋਈ। ਕੀ ਪੁੱਛਦੇ ਹੋ? ਪਿੰਡ ਉਦਾਸ ਕਿਵੇਂ ਹੋ ਸਕਦਾ? ਇਹੀ ਤਾਂ ਫਰਕ ਹੈ ਤੁਹਾਡਾ ਤੇ ਮੇਰਾ। ਜੋ ਤੁਹਾਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਤਾਂ ਉਹ ਵੀ ਨਜ਼ਰ ਆ ਜਾਂਦਾ। ਸ਼ਾਇਰਾਂ ਭਾਈ ਸਾਹਿਬ, ਅੱਖਾਂ ਵਿੱਚ ਲਿਖੀਆਂ ਵਾਰਤਾਂ ਵੀ ਪੜ੍ਹ ਸਕਦਾ ਮੈਂ। ਤੁਹਾਨੂੰ ਨਜ਼ਰ ਆਉਂਦੇ ਨੇ ਅੱਜ ਦੇ ਮਾਡਲ ਪਿੰਡ, ਜਿਨ੍ਹਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਨੇ, ਜਿਨ੍ਹਾਂ ਵਿੱਚ ਸੀਵਰੇਜ ਪੈ ਚੁੱਕਿਆ। ਤੁਹਾਨੂੰ ਦਿਸਦੇ ਨੇ ਪਿੰਡ ਦੀ ਸੱਥ 'ਚ ਲੱਗੇ ਪੱਕੇ ਫਰਸ਼ ਤੇ ਸੱਥਾਂ ਵਿੱਚ ਲੱਗੀਆਂ NRIਆਂ ਦੇ ਨਾਮਾਂ ਦੀਆਂ ਪਲੇਟਾਂ। ਪਰ ਜੋ ਮੈਂ ਦੇਖਦਾ ਉਹ ਤੁਸੀਂ ਨਹੀਂ ਦੇਖਦੇ। ਇਸ ਲਈ ਤਾਂ ਮੈਂ ਸ਼ਾਇਰ ਹਾਂ। ਤੂੰ ਸ਼ਾਇਰ ਨਹੀਂ, ਤੂੰ ਤਾਂ ਕਾਇਰ ਹੈ, ਕਾਇਰ। ਇਹ ਮੇਰੇ ਤੇ ਅਮਨ ਵਿਚਕਾਰ ਹੋਈ ਆਖਰੀ ਗੱਲਬਾਤ ਸੀ। ਉਸ ਦਿਨ ਉਹ ਅੰਤਾਂ ਦਾ ਖਿਜੀ ਸੀ। ਸਾਰੇ ਰਿਸ਼ਤੇ ਉਹਨੇ ਤੋੜ ਸੁੱਟੇ ਸੀ। ਟੁੱਟੇ ਰਿਸ਼ਤਿਆਂ ਦਾ ਦੁੱਖ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਤਾਂ ਹੀ ਤਾਂ ਮੈਨੂੰ ਮੇਰੀ ਮਾਂ ਦਾ ਦੁੱਖ ਵੀ ਸਮਝ ਆਉਂਦਾ ਹੈ। ਮੈਂ ਵੀ ਤਾਂ ਤੋੜਿਆ ਸੀ ਰਿਸ਼ਤਾ ਮੇਰੇ ਸਹੁਰੇ ਫਤਿਹਪੁਰੀਆਂ ਨਾਲ। ਮੇਰੀ ਮਾਂ ਨੇ ਬਹੁਤ ਜਿੱਦ ਕੀਤੀ ਸੀ ਉਸ ਰਿਸ਼ਤੇ ਲਈ, ਪਰ ਮੈਂ ਪ੍ਰਣ ਕਰ ਲਿਆ ਸੀ, ਜੇ ਅਮਨ ਨਹੀਂ ਤਾਂ ਮੈਨੂੰ ਵੀ ਚੈਨ ਨਹੀਂ। ਮੈਂ ਆਪਣੇ ਹੱਥੀਂ ਆਪਣੇ ਹੱਥ ਵਿੱਚੋਂ ਵਿਆਹ ਵਾਲੀ ਲਕੀਰ ਮਿਟਾ ਦਿੱਤੀ। ਮੈਂ ਚਿੱਟੇ ਕੱਪੜੇ ਪਾਉਣ ਲੱਗ ਪਿਆ, ਕਿਉਂਕਿ ਚਿੱਟਾ ਰੰਗ ਅਮਨ ਨੂੰ ਬਹੁਤ ਪਸੰਦ ਸੀ। ਹੁਣ ਮੈਨੂੰ ਵੀ ਇਹ ਰੰਗ ਚੰਗਾ ਲੱਗਣ ਲੱਗ ਪਿਆ। ਚਿੱਟਾ ਰੰਗ ਅਮਨ ਦਾ ਪ੍ਰਤੀਕ ਹੁੰਦਾ। ਹਾਂ, ਸਹੀ ਬੁੱਝਿਆ ਤੁਸੀਂ। ਅਮਨ ਅਜੇ ਵੀ ਮੇਰੇ ਦਿਲ 'ਚੋਂ ਨਹੀਂ ਨਿਕਲੀ।
ਪਰ ਹੁਣ ਮੇਰੇ ਦਿਲ 'ਚੋਂ ਡਰ ਨਿਕਲ ਗਿਆ। ਤਾਂ ਹੀ ਤਾਂ ਹੁਣ ਮੇਰੀ ਕਵਿਤਾ ਸੱਚੋ ਸੱਚ ਬੋਲਦੀ ਹੈ। ਮੈਂ ਲੋਕਾਂ ਦੀ ਗੱਲ ਕਰਨ ਲੱਗਿਆ, ਉਹਨਾਂ ਦੇ ਦੁੱਖਾਂ ਦੀ ਗੱਲ ਕਰਨ ਲੱਗਿਆ। ਇਹੀ ਤਾਂ ਫਰਜ਼ ਹੁੰਦਾ ਨਾ ਸ਼ਾਇਰ ਦਾ। ਇਸੇ ਫਰਜ਼ ਨੂੰ ਪੂਰਾ ਕਰਨ ਦੀ ਖਾਤਰ ਹੀ ਤਾਂ ਮੈਂ ਉਦਾਸ ਪਿੰਡ ਦੀ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਮੈਨੂੰ ਪਿੰਡ ਵਿੱਚ ਉਸਰੀਆਂ ਆਲੀਸ਼ਾਨ ਕੋਠੀਆਂ ਦਿਖਦੀਆਂ। ਹਾਂ, ਸਹੀ ਕਿਹਾ ਤੁਸੀਂ, ਇਹ ਤਾਂ ਖੁਸ਼ਹਾਲੀ ਦੀ ਨਿਸ਼ਾਨੀ ਆ। ਪਰ ਇਹ ਕੋਠੀਆਂ ਮੇਰੇ ਤੋਂ ਪਹਿਲਾਂ ਅਮਰੀਕੇ ਰੱਬ ਦੇ ਮੁੰਡੇ ਸੀਰੇ ਨੂੰ ਵੀ ਦਿਖ ਗਈਆਂ ਸੀ। ਮੈਂ ਚੰਦ ਸਤਰਾਂ ਹੀ ਲਿਖੀਆਂ ਸਨ ਕਿ ਸੀਰੇ ਨੇ ਆ ਕੇ ਮੇਰੇ ਅੱਗੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ। ਮੈਂ ਪਹਿਲਾਂ ਵੀ ਕਿਹਾ ਸੀ ਨਾ ਕਿ ਇਹ ਸਵਾਲ ਬੜੇ ਦੁੱਖ ਦੇਣੇ ਹੁੰਦੇ ਨੇ। ਮੈਨੂੰ ਸੀਰੇ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਾ ਆਇਆ। ਅਸੀਮ ਭਾਈ, ਯਾਰ ਮੈਨੂੰ ਨੌਕਰੀ ਕਿਉਂ ਨਹੀਂ ਮਿਲੀ? ਮੇਰੀ ਤਾਂ ਜ਼ਿਲ੍ਹੇ 'ਚੋਂ ਵੀ ਪਹਿਲੀ ਪੋਜੀਸ਼ਨ ਆਈ ਹੈ ਯਾਰ। ਉਹਦੇ ਸਵਾਲ ਤੋਂ ਬਚਣ ਲਈ ਮੈਂ ਅਰਥ ਸ਼ਾਸਤਰ ਦੀ ਕਿਤਾਬ ਖੋਲ੍ਹ ਲਈ। ਦੇਸ਼ ਦੀ ਆਰਥਿਕਤਾ ਦੀ ਕਥਾ ਛੇੜ ਬੈਠਾ। ਸੀਰੇ ਯਾਰ, ਆਪਣੇ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਹੈ। ਹੋ ਸਕਦਾ ਆਪਣੇ ਵਰਗਿਆਂ ਨੂੰ ਨੌਕਰੀ ਨਾ ਮਿਲੇ। ਤੂੰ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ? ਚੱਲ ਠੀਕ ਹੈ ਯਾਰ, ਮੈਂ ਚੱਲਦਾ। ਮੈਂ ਉਹਨੂੰ ਕੰਮ ਲੱਭਣ ਲਈ ਆਖਿਆ, ਪਰ ਉਹਨੇ ਦੂਜਾ ਰਾਹ ਲੱਭ ਲਿਆ। ਮੈਨੂੰ ਪਿੰਡ ਵਿੱਚ ਫਿਰਦਾ ਉੱਚੇ ਦਰਵਾਜ਼ੇ ਵਾਲਿਆਂ ਦਾ ਤੀਰਥ ਦਿਸਿਆ। ਮੈਂ ਸਮਝ ਗਿਆ ਸੀਰੇ ਅੰਦਰ ਸੀਰਾ ਨਹੀਂ ਤੀਰਥ ਬੋਲ ਰਿਹਾ ਸੀ। ਮੈਂ ਬਹੁਤ ਸਮਝਾਇਆ ਪਰ ਸੀਰਾ ਨਾ ਸਮਝਿਆ। ਉਹ ਮੈਨੂੰ ਬਾਹੋਂ ਫੜ ਕੇ ਆਪਣੇ ਘਰ ਵੱਲ ਲੈ ਗਿਆ। ਆਹ ਦੇਖ ਲਾ ਸਾਡੇ ਘਰ ਦੀ ਹਾਲਤ। ਅਸੀਮ ਭਾਈ, ਯਾਰ ਆਹ ਮੈਲੀਆਂ ਵਾਲੀ ਆਹ ਤੀਰਥ ਵਾਲੀ ਕੋਠੀ ਨਾਲ ਦੀ ਕੋਠੀ ਮੈਂ ਕਿਉਂ ਨਹੀਂ ਪਾ ਸਕਦਾ? ਮੈਨੂੰ ਜਵਾਬ ਤਾਂ ਆਉਂਦਾ ਸੀ ਪਰ ਮੈਂ ਚੁੱਪ ਰਿਹਾ। ਮੈਨੂੰ ਚੁੱਪ ਦੇਖ ਕੇ ਉਹਨੇ ਹੋਰ ਸਵਾਲ ਛੇੜ ਲਏ। ਉਹੀ ਦੁੱਖ ਦੇਣੇ ਸਵਾਲ। ਯਾਰ ਇਹ ਕਾਣੀ ਵੰਡ ਕਿਉਂ ਹੋ ਰਹੀ ਹੈ ਦੁਨੀਆ 'ਚ? ਨਾਲੇ ਆ ਇੰਨੇ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਨੇ? ਤੇ ਜਿਸ ਦਿਨ ਅਮਰੀਕੇ ਰੱਬ ਨੇ ਖੁਦਕੁਸ਼ੀ ਕੀਤੀ, ਮੇਰਾ ਦਿਲ ਕੀਤਾ ਸੀ ਸੀਰੇ ਨੂੰ ਉਹਦੇ ਸਵਾਲਾਂ ਦਾ ਜਵਾਬ ਦੇਵਾਂ, ਪਰ ਮੈਨੂੰ ਉਹ ਵੇਲਾ ਠੀਕ ਨਾ ਲੱਗਿਆ। ਸੀਰੇ ਨੇ ਮੈਨੂੰ ਆਪਣੇ ਬਾਪੂ ਤੇ ਕਵਿਤਾ ਲਿਖਣ ਲਈ ਆਖਿਆ। ਬਾਈ ਕਵਿਤਾ ਲਿਖ ਮੇਰੇ ਬਾਪੂ ਤੇ। मेरी भी कविता लिख, मेरी भी कविता लिख, मेरी भी कविता लिख, मेरी भी कविता लिख, मेरी भी कविता लिख भाई, मेरी भी कविता लिख तू। ਮੈਨੂੰ ਲੱਗਿਆ ਸੀਰਾ ਨਹੀਂ, ਪੂਰਾ ਪੰਜਾਬ ਮੈਨੂੰ ਐਸੀ ਕਵਿਤਾ ਲਿਖਣ ਲਈ ਆਖ ਰਿਹਾ ਹੋਵੇ। ਮੇਰੀ ਉਦਾਸ ਪਿੰਡ ਵਾਲੀ ਕਵਿਤਾ ਵਿਚਾਲੇ ਹੀ ਰੁਕ ਗਈ। ਸੱਥ 'ਚ ਪਹੁੰਚਿਆ, ਸੋਚਿਆ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਾਂਗਾ, ਸ਼ਾਇਦ ਮੇਰੀ ਕਵਿਤਾ ਪੂਰੀ ਹੋ ਜਾਂਦੀ। ਪਰ ਸੱਥ ਤਾਂ ਖਾਲੀ ਪਈ ਸੀ। ਕਦੇ ਕਦੇ ਮੈਨੂੰ ਲੱਗਦਾ ਅਖਬਾਰਾਂ ਵਿੱਚ ਛਪੀਆਂ ਖਬਰਾਂ ਤਾਂ ਨਿੱਤ ਸਾਡੇ ਪਿੰਡ ਵਿੱਚ ਵਾਪਰਦੀਆਂ ਨੇ। ਕਦੀ ਲੱਗਦਾ ਇਹ ਖਬਰਾਂ ਸਾਡੇ ਪਿੰਡ ਦੀਆਂ ਨਹੀਂ, ਸਗੋਂ ਸਾਰੇ ਪਿੰਡਾਂ ਦੀਆਂ ਨੇ। ਇੱਕ ਖਬਰ ਉੱਤੇ ਮੇਰੀ ਸੁਰਤੀ ਅਟਕ ਗਈ। ਕਿਸੇ ਟਰੈਵਲ ਏਜੰਟ ਦੀ ਠੱਗੀ ਦੀ ਖਬਰ ਸੀ। ਨਹੀਂ, ਮੈਨੂੰ ਲੱਗਿਆ ਇਹ ਸੀਰੇ ਦੀ ਖਬਰ ਸੀ। ਪਿੰਡ ਦੇ ਵਿਦੇਸ਼ੀਆਂ ਦੀਆਂ ਕੋਠੀਆਂ ਦੇਖ ਕੇ ਸੀਰੇ ਨੂੰ ਆਪਣਾ ਘਰ ਛੋਟਾ ਲੱਗਣ ਲੱਗ ਗਿਆ ਸੀ। ਉਹਨੇ ਵੀ ਕਿਸੇ ਏਜੰਟ ਨਾਲ ਘਾਟਾ ਵਾਧਾ ਕਰ ਲਿਆ ਸੀ। ਅਮਰੀਕੇ ਰੱਬ ਕੋਲੇ 4 ਕਿੱਲੇ ਜ਼ਮੀਨ ਸੀ। ਉਹ ਹੁਣ ਕਿਸੇ ਹੋਰ ਦੇ ਨਾਲ ਬੋਲਣ ਲੱਗ ਪਈ। ਸੀਰਾ ਡਾਲਰ ਹੁੰਝਣ ਲਈ ਇੰਗਲੈਂਡ ਨੂੰ ਤੁਰ ਗਿਆ। ਚੰਗਾ ਬਾਪੂ, ਖਿਆਲ ਰੱਖੀ ਆਪਣਾ। ਚੰਗਾ ਬਾਪੂ, ਖਿਆਲ ਰੱਖੀ ਆਪਣਾ। ਕੋਈ ਨਾ, ਤੂੰ ਫਿਕਰ ਨਾ ਕਰੀ, ਚੰਗਾ।
ਤੇ ਅਮਰੀਕਾ ਰੱਬ ਸਾਰਾ ਦਿਨ ਗਲੀਆਂ 'ਚ ਵਿਹਲਾ ਫਿਰਦਾ ਰਹਿੰਦਾ, ਪਰ ਗਲੀਆਂ ਤਾਂ ਸੁੰਨੀਆਂ ਪਈਆਂ ਸੀ। ਓਏ ਤੂੰ ਕੁਛ ਇਹੋ ਜਿਹਾ ਲਿਖ, ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਖੜੇ ਤੁੜੂੰ ਤੁੜੂੰ ਤੁੜੂੰ। ਹੈ ਕੁਛ ਇਹੋ ਜਿਹਾ ਲਿਖ। ਹਾਂ ਚੱਕ ਦੇ ਫੱਟੇ। ਹੈ ਆਖਿਆ ਤਾਂ ਮੈਂ ਸੀਰੇ ਨੂੰ ਵੀ ਬਹੁਤ ਕੁਝ ਸੀ, ਪਰ ਉਹਨੇ ਮੇਰੀ ਕੋਈ ਗੱਲ ਨਹੀਂ ਸੀ ਸਮਝੀ। ਮੈਂ ਉਹਨੂੰ ਉਹ ਦਿਖਾ ਰਿਹਾ ਸੀ ਜੋ ਮੈਨੂੰ ਦਿਖਦਾ ਸੀ। ਮੈਨੂੰ ਪਤਾ ਹੈ ਤੁਸੀਂ ਕਹੋਗੇ ਮੈਂ ਸੀਰੇ ਨਾਲ ਵੀ ਕਵੀਆਂ ਵਾਲੀ ਤੀਜੀ ਅੱਖ ਦੀਆਂ ਗੱਲਾਂ ਕੀਤੀਆਂ ਹੋਣਗੀਆਂ, ਪਰ ਨਹੀਂ, ਮੈਂ ਤਾਂ ਸਿੱਧੀ ਸਿੱਧੀ ਗੱਲ ਦੱਸੀ ਸੀ, ਜਿਵੇਂ ਅਮਨ ਨੇ ਮੈਨੂੰ ਸਿੱਧੀ ਸਿੱਧੀ ਗੱਲ ਦੱਸੀ ਸੀ। ਮੇਰੇ ਘਰੇ ਮੇਰੇ ਵਿਆਹ ਦੀ ਗੱਲ ਚੱਲ ਰਹੀ ਹੈ, ਤੂੰ ਪਲੀਜ਼ ਆਪਣੇ ਮਾਪਿਆਂ ਨਾਲ ਮੇਰੀ ਗੱਲ ਕਰ ਨਾ। ਅਮਨ, ਤੂੰ ਜੱਟਾਂ ਨੂੰ ਨਹੀਂ ਜਾਣਦੀ ਯਾਰ, ਗੱਲ ਤਾਂ ਕੁੜੀ ਵਾਲੀ ਕਰਦੇ ਹੁੰਦੇ ਆ। ਤੂੰ ਆਪਣੇ ਮਾਪਿਆਂ ਨੂੰ ਸਾਡੇ ਘਰੇ ਭੇਜ। ਸਿਆਣੇ ਕਹਿੰਦੇ ਆ ਕੁੜੀ ਵਾਲੇ ਨੀਵੇਂ ਹੁੰਦੇ ਆ। ਮੇਰੀ ਭਾਵਨਾ ਤਾਂ ਸਿੱਧੀ ਸੀ, ਪਰ ਗੱਲ ਮੈਂ ਪੁੱਠੇ ਢੰਗ ਨਾਲ ਕਰ ਬੈਠਾ। ਤੂੰ ਸ਼ਾਇਰ ਨਹੀਂ, ਤੂੰ ਤਾਂ ਕਾਇਰ ਹੈ। ਅੱਜ ਕੱਲ ਦੇ ਜ਼ਮਾਨੇ 'ਚ ਵੀ ਤੂੰ ਜਾਤਾਂ ਪਾਤਾਂ 'ਚ ਫਸਿਆ ਫਿਰਦਾ। ਫਸ ਤਾਂ ਸੀਰਾ ਵੀ ਗਿਆ ਸੀ, ਤੀਰਥ ਦੇ ਗਲ ਵਿੱਚ ਪਾਇਆ ਅੱਧਾ ਕਿਲੋ ਸੋਨਾ ਦੇਖ ਕੇ, ਤੀਰਥ ਹੋਣਾ ਦੀ ਆਲੀਸ਼ਾਨ ਕੋਠੀ ਦੇਖ ਕੇ। 4 ਦਿਨ ਤੀਰਥ ਨਾਲ ਬੁਲਟ ਦੇ ਝੂਟੇ ਲੈ ਕੇ ਉਹਦਾ ਵੀ ਜਹਾਜ਼ ਦਾ ਝੂਟਾ ਲੈਣ ਨੂੰ ਜੀ ਕਰ ਆਇਆ ਸੀ। ਅਸੀਮ ਭਾਈ, ਉਹ ਕੰਮ ਬਣ ਗਿਆ ਆਪਣਾ। ਲੈ ਹੁਣ ਤੂੰ ਐ ਕਰੀ, ਇੰਗਲੈਂਡ ਤੇ ਨਾ ਸੋਹਣੀ ਕਵਿਤਾ ਲਿਖੀ। ਉਹ ਠੀਕ ਆ। ਤੇਰੇ ਬਾਈ ਨੇ ਵੀ ਇੰਗਲੈਂਡ ਚਲੇ ਜਾਣਾ ਹੁਣ, ਫਿਰ ਉੱਥੋਂ ਨਾ ਤੈਨੂੰ WhatsApp ਤੇ ਸੋਹਣੀਆਂ ਸੋਹਣੀਆਂ ਫੋਟੋਆਂ ਭੇਜਿਆ ਕਰੂੰ ਮੈਂ। ਹਾਂ ਸੀਰੇ ਬਹਿ ਜਾ ਯਾਰ। ਲੈ ਬਈ ਬਹਿ ਗਿਆ। ਦੇਖ ਮੇਰੇ ਭਰਾ, ਪਰਦੇਸਾਂ ਦੀ ਜ਼ਿੰਦਗੀ ਕੋਈ ਸੌਖੀ ਨਹੀਂ। ਉਹ ਤੈਨੂੰ ਇਹ ਅਮੀਰ ਦੇਸ਼ ਦੇ ਬਲੈਤੀਏ ਉੱਥੇ 20-20 ਘੰਟੇ ਹੱਡ ਰਗੜਦੇ ਨੇ। ਜੇ ਉੱਥੇ ਤਾਂ ਹੱਡੀ ਰਗੜਨੇ ਨੇ ਤਾਂ ਇੱਥੇ ਹੀ ਕੰਮ ਕਿਉਂ ਨਹੀਂ ਕਰਦਾ? ਪਰ ਉਹ ਨਾ ਮੰਨਿਆ। ਇੱਥੇ ਮੰਨਦਾ ਕੋਈ ਕਿਸੇ ਦੀ ਨਹੀਂ, ਜਿਵੇਂ ਮੈਂ ਅਮਨ ਦੀ ਨਹੀਂ ਸੀ ਮੰਨੀ। ਸਾਡਾ ਗੱਡਾ 6 ਮਹੀਨੇ ਇਸੇ ਗੱਲ ਤੇ ਫਸਿਆ ਰਿਹਾ। ਉਹ ਚਾਹੁੰਦੀ ਸੀ ਮੈਂ ਆਪਣੇ ਘਰਦਿਆਂ ਨੂੰ ਰਿਸ਼ਤਾ ਮੰਗਣ ਲਈ ਭੇਜਾਂ। ਮੈਂ ਚਾਹੁੰਦਾ ਸੀ ਰਿਸ਼ਤੇ ਦੀ ਗੱਲ ਉਹਦੇ ਘਰ ਦੇ ਆ ਕੇ ਕਰਨ। ਹੁਣ ਤੁਸੀਂ ਇਸ ਗੱਲ ਦੀ ਵਜ੍ਹਾ ਪੁੱਛੋਗੇ। ਵਜ੍ਹਾ ਸੀ ਮੇਰਾ ਬਾਪ। ਮੈਂ ਆਪਣੇ ਬਾਪ ਦੇ ਰੁੱਖੇ ਸੁਭਾਅ ਤੋਂ ਡਰ ਗਿਆ। ਸੋਚਿਆ ਬਾਪੂ ਨੇ ਮਿਸਤਰੀਆਂ ਦੀ ਕੁੜੀ ਨੂੰ ਨੂੰਹ ਬਣਾਉਣ ਨੂੰ ਨਹੀਂ ਮੰਨਣਾ। ਉਹ ਇਹਨਾਂ ਨੂੰ ਬੱਚੀਆਂ ਖੁਸ਼ੀਆਂ ਜਾਤਾਂ ਸਮਝਦਾ ਸੀ। ਮੈਂ ਤਾਂ ਸੋਚ ਹੀ ਲਿਆ ਸੀ ਅਮਨ ਬਾਰੇ ਹੁਣ ਸੋਚਣਾ ਹੀ ਨਹੀਂ। ਪਰ ਕਦੇ ਕਦੇ ਮੇਰੇ ਅੰਦਰੋਂ ਕੋਈ ਹੋਰ ਬੋਲਣ ਲੱਗਦਾ, ਉਹ ਮੈਨੂੰ ਫਟਕਾਰਾਂ ਪਾਉਂਦੀ। ਤੂੰ ਕੀ ਲੜੇਂਗਾ ਹੱਕਾਂ ਲਈ? ਆਪਣੇ ਪਿਆਰ ਲਈ ਤਾਂ ਤੇਥੋਂ ਲੜਿਆ ਨਹੀਂ ਗਿਆ। ਵੱਡਾ ਸ਼ਾਇਰ ਬਣਿਆ ਫਿਰਦਾ। ਜਦੋਂ ਮੇਰੇ ਅੰਦਰੋਂ ਐਸੀਆਂ ਆਵਾਜ਼ਾਂ ਆਉਂਦੀਆਂ, ਮੈਂ ਸੁਰਤੀ ਖੰਡਾਉਣ ਦੀ ਕੋਸ਼ਿਸ਼ ਕਰਦਾ। ਨਿਰਾਸ਼ ਹੋਇਆ ਅਮਰੀਕਾ ਰੱਬ ਲੋਕਾਂ ਨੂੰ ਆਖਦਾ ਫਿਰਦਾ ਉਹ ਹੈ, ਕੋਸ਼ਿਸ਼ ਤਾਂ ਭਾਈ ਹਰੇਕ ਬੰਦਾ ਹੀ ਕਰਦਾ ਹੈ, ਪਰ ਕੀ ਕਰੀਏ ਜਦ ਕਿਸਮਤ ਹੀ ਖੋਟੀ ਹੋਏ। ਸੀਰੇ ਨੂੰ ਇੰਗਲੈਂਡ ਦਾ ਰੱਬ ਕਹਿ ਜਾਣੇ ਕੇ ਯਾਰ। ਏਜੰਟ ਨੇ ਮਲੇਸ਼ੀਆ ਤਾਰ ਦਿੱਤਾ। ਮਹੀਨਾ ਪਰ ਮਲੇਸ਼ੀਆ ਧੱਕੇ ਖਾ ਕੇ ਸੀਰਾ ਪਿੰਡ ਮੁੜ ਆਇਆ ਸੀ। ਸ਼ੀਰੇ ਪੁੱਤ, ਹੁਣ ਤਾਂ ਆਪਾਂ ਸੀਰੀ ਰਹਿਣ ਜੋਗੇ ਵੀ ਨਹੀਂ ਰਹੇ।
ਹਾਏ ਰੱਬਾ। ਆਖਰ ਇੱਕ ਦਿਨ ਅਮਰੀਕੇ ਰੱਬ ਨੇ ਗੱਡੀ ਥੱਲੇ ਸਿਰ ਦੇ ਲਿਆ। ਅਸੀਮ ਭਾਈ, ਮੇਰੇ ਬਾਪੂ ਦੇ ਕਵਿਤਾ ਲਿਖੇਗਾ ਨਾ? ਲਿਖੇਗਾ ਨਾ? ਘਰ ਆ ਕੇ ਡੈਰੀ ਖੋਲੀ ਤਾਂ ਉਦਾਸ ਪਿੰਡ ਵਾਲੀ ਕਵਿਤਾ ਦਾ ਸਫ਼ਾ ਖੁੱਲ ਗਿਆ। ਮੇਰੇ ਚਾਚੇ ਦਾ ਪੁੱਤ ਜੱਗੀ ਆ ਗਿਆ। ਉਹ ਤੂੰ ਅਜੇ ਵੀ ਕਾਗਜ਼ ਕਾਲੇ ਕਰੀ ਜਾਂਦਾ ਹੈ? ਹੋਰ ਜੀ ਦਾ ਜ਼ਮਾਨਾ ਹੈ ਯਾਰ। ਆ ਤੇ ਕੁਝ ਦਿਖਾਵਾਂ ਤੈਨੂੰ। ਜੱਗੀ ਮੈਨੂੰ ਆਪਣੇ ਫੋਨ ਤੇ YouTube ਉੱਪਰ ਫੈਸ਼ਨ ਸ਼ੋਅ ਦਿਖਾਉਣ ਲੱਗਿਆ। ਅਗਲੇ ਹੀ ਪਲ ਮੈਨੂੰ ਨਾ ਸਿਰੇ ਦੀ ਕਵਿਤਾ ਯਾਦ ਰਹੀ ਨਾ ਪਿੰਡ ਦੀ। ਉਹ ਲੈ ਲੈ ਆਹੀ ਫੋਨ, ਬਹੁਤ ਕੁਝ ਆਉਂਦਾ ਇਹਦੇ ਵਧੀਆ ਚ, ਇਹ। ਨਾਲੇ ਦੂਆ ਜਗਾੜ ਵੀ ਆਉਂਦਾ। ਚੱਲ ਆ ਚੱਲੀਏ। ਚੱਲ ਮੈਂ ਤਾਂ ਯਾਰ ਕਿਤਾਬਾਂ ਲੈਣ ਨੂੰ ਪੈਸੇ ਰੱਖੇ ਸੀ। ਕਹਿੰਦਾ ਯਾਰ ਕਿਤਾਬਾਂ ਪੜ੍ਹ ਅੱਧਾ ਪਾਗਲ ਹੋ ਜਾਣਾ। ਆ ਫਿਰ ਚੱਲ ਤੈਨੂੰ ਨਜ਼ਾਰੇ ਦਿਖਾਵਾਂ ਇਹਦੇ। ਨਵਾਂ ਫੋਨ ਆਇਆ, ਤੂੰ ਐਵੇਂ ਰੋਈ ਜਾਂਦਾ। ਲੈ ਫੜ, ਆ ਚੱਲੀਏ। ਮੈਂ ਵੀ ਜੱਗੀ ਵਰਗਾ ਮੋਬਾਈਲ ਲੈ ਲਿਆ। ਨੈਟ ਪਵਾ ਕੇ ਕਈ ਦਿਨ ਉਸੇ ਵਿੱਚ ਗੁਆਚਿਆ ਰਿਹਾ। ਮੈਨੂੰ ਕਵਿਤਾ ਭੁੱਲ ਗਈ। ਡੈਰੀ ਕਈ ਦਿਨ ਮੇਜ਼ ਤੇ ਪਈ ਰਹੀ। ਜਿਸ ਦਿਨ ਮੇਰਾ ਧਿਆਨ ਪਿਆ, ਮੇਜ਼ ਤੇ ਡੈਰੀ ਦੋਵਾਂ ਤੇ ਧੂੜ ਜੰਮੀ ਪਈ ਸੀ। ਓ ਸ਼ੇਰਾ, ਓ ਲਖਾਰੀਆ, ਓ ਗੱਲ ਸੁਣ। ਚੰਗੀ ਤਰ੍ਹਾਂ ਸਾਫ਼ ਕਰ ਲਾ ਤਾਇਆ, ਧੂੜ ਜੰਮੀ ਪਈ ਆ। ਓ ਸ਼ੇਰਾ, ਜਿਹੜੀ ਚੀਜ਼ ਜ਼ਿਆਦਾ ਵਰਤੋਂ ਚ ਨਾ ਆਵੇ ਨਾ, ਉਹ ਤੇ ਅਕਸਰ ਮਿੱਟੀ ਘੱਟਾ ਚੜ ਹੀ ਜਾਂਦਾ ਹੈ। ਬਲੈਤੀਆਂ ਨੇ ਥੜੇਦਾਰ ਵਧੀਆ ਬਣਵਾ ਤੇ 4 ਬੰਦੇ ਵੀ ਭੇਜ ਦਿੰਦੇ ਇਹਨਾਂ ਤੇ ਬੈਠਣ ਨੂੰ। ਨਹੀਂ ਗਿਆਨ ਗੋਸ਼ਟੀ ਮੈਂ ਨਹੀਂ ਸੀ ਕੋਟੀ ਬੁੜੇ ਨਾਲ। ਗੱਲਾਂ ਤਾਂ ਸਗੋਂ ਉਹਨੇ ਦੱਸੀਆਂ ਸੀ ਮੈਨੂੰ ਅਗਲੇ ਪਾਰ ਦੀਆਂ। ਜਿਵੇਂ ਕਹਿੰਦੇ ਆ ਨਾ ਮੱਕਿਓਂ ਅੱਗੇ ਜਾੜ ਹੁੰਦਾ, ਉਹਦੀਆਂ ਗੱਲਾਂ ਤੋਂ ਮੈਂ ਆਹੀ ਸਿੱਟਾ ਕੱਢਿਆ। ਬਾਹਰ ਤੋਂ ਯਾਦ ਆਇਆ, ਕਹਿੰਦੇ ਤਾਇਆ ਬਾਹਰ ਤਾਂ ਤੂੰ ਵੀ ਗਿਆ ਸੀ। ਟੱਟੂ ਗਿਆ ਸੀ ਬਾਹਰ ਮੈਂ ਕਿਹੜਾ ਧਾਰਾਂ ਲੈਣ ਗਿਆ ਸੀ। ਉਹ ਤਾਂ ਮੁੰਡਾ ਮੱਲੋ ਜੋਰੀ ਲੈ ਗਿਆ ਮੈਨੂੰ। ਓਏ ਉਹਨੂੰ ਆਪ ਦੀ ਤਮਾ ਸੀ ਜਵਾਕ ਸਾਂਭਣ ਦੀ। ਓਏ ਆਪ ਦੋਹੇ ਜੀ ਕੰਮ ਤੇ ਤੁਰ ਜਾਂਦੇ, ਪਿੱਛੋਂ ਜਵਾਕ ਮੇਰੇ ਗਲ ਪਾ ਜਾਂਦੇ ਸੀ। ਪਹਿਲਾਂ ਸਾਰੀ ਉਮਰ ਇਹਨਾਂ ਨੂੰ ਸਾਂਭਦੇ ਰਹੇ, ਗਾਹਾਂ ਵਾਲੇ ਜਵਾਕਾਂ ਨੂੰ ਸਾਂਭੋ ਹੈ। ਤਾਈ ਤਾਂ ਸ਼ੇਰਾ ਤੇਰੀ 30 ਸਾਲ ਪਹਿਲਾਂ ਹੀ ਗੁਜ਼ਰ ਗਈ ਸੀ। ਬਸ ਜਵਾਕ ਮੇਰੇ ਤੋਂ ਸੂਤ ਨਾ, ਕੰਮ ਕੋਈ ਰਿਹਾ ਨਹੀਂ, ਨਾ ਬੰਦਾ ਮਿਲਦਾ ਉੱਥੇ ਨਾ ਬੰਦੇ ਦੀ ਜਾਤ। ਪਰ ਮੈਂ ਤਾਂ ਅੱਕ ਗਿਆ ਜੀ। ਜਹਾਜ਼ ਚੜਿਆ ਸਿੱਧਾ ਇੱਥੇ, ਤੇ ਜਿੱਥੇ ਇੰਨੇ ਸਾਲ ਕੱਟ ਲਏ ਉੱਥੇ ਸ਼ੇਰਾ ਬਚੀ ਖੁਚੀ ਜ਼ਿੰਦਗੀ ਵੀ ਕੱਟੀ ਜਾਣੀ ਹੈ। ਤੈਨੂੰ ਤਾਂ ਪਤਾ ਹੀ ਹੈ, ਆ ਸਾਡੇ ਵਾਲਾ ਆਪ ਤਾਂ ਮਾਸਟਰ ਸੀ, ਘਰ ਵਾਲੀ ਬੈਂਕ 'ਚ ਲੱਗੀ ਹੋਈ ਸੀ। ਲੈ ਤੂੰ ਐਂ ਦੱਸ, ਭਲਾ ਘਾਟਾ ਸੀ ਕਿਸ ਚੀਜ਼ ਦਾ ਇੱਥੇ? ਰੱਬ ਦੀ ਕਿਰਪਾ ਨਾਲ ਜ਼ਮੀਨ ਵੀ ਬਥੇਰੀ ਸੀ। ਬਸ ਤੈਨੂੰ ਕੀ ਗੱਲ ਦੱਸਾਂ, ਉਹ ਲੋਕਾਂ 'ਚ ਸਬਰ ਹੀ ਨਹੀਂ ਹੈ। ਉਹ ਘਰ ਛੱਤ ਕੇ ਕਿਲੇ ਵਰਗਾ, ਵਿੱਚ ਮੈਂ ਕੱਲਾ ਵਹਾਂਗਦਾ ਫਿਰਦਾ। ਉਹ ਚੱਲ ਛੱਡ ਸ਼ੇਰਾ, ਉਹ ਜੇ ਤੂੰ ਕੋਈ ਕਵਿਤਾ ਲਿਖਣੀ ਹੈ ਨਾ, ਤਾਂ ਇਹਨਾਂ ਖਾਲੀ ਘਰਾਂ ਤੇ ਲਿਖ। ਤੂੰ ਗਿਣ ਪਿੰਡ ਦੇ ਕਿੰਨੇ ਘਰ ਖਾਲੀ ਪਏ ਨੇ। ਆਪਣਾ ਪਿੰਡ ਦਾ ਬੱਲਿਆ ਸਾਰਾ NRI ਦੇ ਨਾਂ ਤੇ ਵੱਜਦਾ ਹੈ।
ਹਰੇਕ ਤੀਜਾ ਬੰਦਾ ਤਾਂ ਬਾਹਰ ਤੁਰਿਆ ਫਿਰਦਾ ਹੈ, ਜਹਾਜ਼ ਚੜਿਆ ਫਿਰਦਾ ਆ। ਨੰਬਰਦਾਰਾਂ ਦੇ ਤਾਂ ਭਈਆ ਰਹਿੰਦਾ ਨੱਥੂ ਪੱਕਾ ਹੀ। ਓਏ ਉਹਨੂੰ ਤਾਂ ਪੀਆਰ ਮਿਲ ਗਈ, ਪੀਆਰ। ਇਸ ਗੱਲ ਤੇ ਮੈਂ ਤੇ ਬੁੜਾ ਦੋਵੇਂ ਹੱਸ ਪਏ। ਪਰ ਖਾਲੀ ਖਾਲੀ ਉਜੜਿਆ ਉਦਾਸ ਪਿੰਡ ਪਿੱਛੇ ਖੜਾ ਸੀ। ਅੱਡੇ ਵਾਲੇ ਸਥੜੇ ਤੋਂ ਪਿੱਛੇ ਪੂਰਾ ਪਿੰਡ ਉਦਾਸ ਨਜ਼ਰ ਆਉਂਦਾ। ਨਜ਼ਰ ਤਾਂ ਮੈਨੂੰ ਅਮਨ ਦੀ ਮੁਹੱਬਤ ਵੀ ਆਉਂਦੀ ਸੀ, ਪਰ ਚਲੋ ਪਹਿਲਾਂ ਮੇਰੀ ਤੇ ਉਹਦੀ ਮੁਹੱਬਤ ਦੀ ਗੱਲ ਦੱਸਦਾ। ਅਸੀਂ ਦੋਵੇਂ ਕਾਲਜ ਪੜ੍ਹਦੇ ਸਾਂ। ਅਮਨ ਨੂੰ ਮੇਰੀ ਕਵਿਤਾ ਚੰਗੀ ਲੱਗਦੀ ਸੀ। ਉਹ ਕਵਿਤਾ ਦੀਆਂ ਗੱਲਾਂ ਕਰਨ ਮੇਰੇ ਕੋਲ ਆ ਜਾਂਦੀ। ਅਸੀਂ ਕਵਿਤਾ ਦੀਆਂ ਗੱਲਾਂ ਕਰਦੇ, ਕਿਤਾਬਾਂ ਦੀਆਂ ਗੱਲਾਂ ਕਰਦੇ। ਕਵਿਤਾ ਦੀਆਂ ਗੱਲਾਂ ਕਰਦੇ ਕਰਦੇ ਸਾਡੇ ਦੋਵਾਂ ਦੀਆਂ ਅੱਖਾਂ ਵਿੱਚ ਮੁਹੱਬਤ ਦੀ ਕਵਿਤਾ ਲਿਖੀ ਗਈ। 4 ਸਾਲ ਦੇ ਮੁਹੱਬਤ ਦੇ ਰਿਸ਼ਤੇ ਵਿੱਚ ਅਸੀਂ ਜ਼ਿੰਦਗੀ ਨੂੰ ਰੱਜ ਕੇ ਜੀ ਲਿਆ। ਮੇਰੀ ਕਵਿਤਾ ਵਿੱਚ ਹੋਰ ਨਿਖਾਰ ਆ ਗਿਆ। ਮੁਹੱਬਤ ਬੰਦੇ ਨੂੰ ਬੰਦਾ ਹੋਣਾ ਸਿਖਾਉਂਦੀ ਹੈ। ਕਿਸੇ ਸ਼ਾਇਰ ਦੀ ਕਹੀ ਗੱਲ ਮੈਨੂੰ ਚੰਗੀ ਲੱਗੀ। ਮੈਂ ਇਹ ਗੱਲ ਡਾਇਰੀ ਤੇ ਨੋਟ ਕਰ ਲਈ। ਪਰ ਜਦੋਂ ਜ਼ਿੰਦਗੀ ਇਕੱਠਿਆਂ ਕੱਟਣ ਦੀ ਵਾਰੀ ਆਈ, ਮੇਰੇ ਅੰਦਰੋਂ ਜਿਵੇਂ ਬੰਦਾ ਹੀ ਮਨਫੀ ਹੋ ਗਿਆ ਹੋਵੇ। ਮੈਨੂੰ ਲੱਗਿਆ ਸਾਡੀ ਜਾਤ ਇੱਕ ਨਹੀਂ ਹੈ। ਇਸ ਵਿਆਹ ਨੂੰ ਮੇਰੇ ਮਾਪਿਆਂ ਨੇ ਨਹੀਂ ਮੰਨਣਾ। ਜਿਸ ਦਿਨ ਤੋਂ ਇਹ ਗੱਲ ਮੈਂ ਸੋਚ ਲਈ, ਉਸ ਦਿਨ ਤੋਂ ਮੁਹੱਬਤ ਦਾ ਰੰਗ ਮੇਰੇ ਮਨ ਵਿੱਚੋਂ ਫਿੱਕਾ ਪੈਣਾ ਸ਼ੁਰੂ ਹੋ ਗਿਆ। ਉਸ ਰਾਤ ਮੇਰੀ ਆਪਣੀ ਹੀ ਲਿਖੀ ਕਵਿਤਾ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਨੂੰ ਲੱਗਿਆ ਜਾਤ ਪਾਤ ਦਾ ਵਿਰੋਧ ਸਿਰਫ ਕਵਿਤਾ ਲਿਖ ਕੇ ਹੀ ਨਹੀਂ ਹੋ ਸਕਦਾ। ਇਹੀ ਗੱਲ ਮੇਰਾ ਜੀ ਕੀਤਾ ਸੀ ਸਿਆਣੀਆਂ ਦੇ ਬੁੜੇ ਨੂੰ ਵੀ ਕਹਾਂ। ਆਖਾਂ ਕਿ ਤਾਇਆ, ਮੇਰੀ ਲਿਖੀ ਕਵਿਤਾ ਖਾਲੀ ਘਰਾਂ ਦੇ ਵਾਰਸਾਂ ਨੂੰ ਨਹੀਂ ਮੋੜ ਸਕਦੀ। ਪਰ ਮੈਂ ਇਹ ਕਹਿਣ ਦੀ ਥਾਂ ਘਰ ਜਾਣ ਦੀ ਇਜਾਜ਼ਤ ਮੰਗ ਕੇ ਉੱਥੋਂ ਉੱਠ ਖੜਿਆ। ਗਲੀ ਦਾ ਮੋੜ ਮੁੜਨ ਤੱਕ ਮੈਂ ਪਿੱਛੇ ਮੁੜ ਦੇਖਦਾ ਰਿਹਾ। ਖਾਲੀ ਥੜਾ ਤੇ ਇਕੱਲਾ ਬੈਠਾ ਬੁੜਾ ਮੈਨੂੰ ਮੁੜ ਕਵਿਤਾ ਲਿਖਣ ਲਈ ਪ੍ਰੇਰਨ ਲੱਗੇ। ਜਾਓ ਪਰ ਲਿਖ ਲੈਣਾ, ਨੱਕਾ ਮੋੜ ਗਿਆ। ਉਹ WhatsApp ਦੇਖ ਪਟੂਆ, ਤੈਨੂੰ ਬੋਦੀ ਵਾਲੇ ਬਾਬੇ ਦਾ ਕਾਣ ਭੇਜਿਆ। ਹਾਂ, ਦੇਖਦਾ ਇਹਨੂੰ ਤਾਂ ਯਾਰ ਮੈਂ ਬੜਾ ਚੰਗਾ ਸਮਝਦਾ ਸੀ। ਵੀਡੀਓ ਦੇਖ ਕੇ ਮੈਂ ਬਾਬੇ ਨੂੰ ਮੋਟੀਆਂ ਗਾਲਾਂ ਕੱਢੀਆਂ। ਹਫ਼ਤਾ ਭਰ ਟੀਵੀ ਉੱਤੇ ਬੋਦੀ ਵਾਲੇ ਬਾਬੇ ਦੀ ਚਰਚਾ ਛਿੜੀ ਰਹੀ। ਸਾਡੇ ਪਿੰਡ ਵਾਲਾ ਰਵੇਲ ਕਾਮਰੇਡ ਸਾਧ ਨੂੰ ਕਈ ਦਿਨ ਗਾਲਾਂ ਕੱਢਦਾ ਰਿਹਾ। ਉਹ ਵੀਰੇ ਸਾਧ ਨਹੀਂ, ਉਹ ਤਾਂ ਸਾਨ ਸੀ। ਮੈਂ ਵੀ ਗਿਆ ਸੀ ਬੋਦੀ ਵਾਲੇ ਬਾਬੇ ਦੇ ਡੇਰੇ, ਹਰਜੀਤ ਨੂੰ ਲੈ ਕੇ। ਮੈਨੂੰ ਪਤਾ ਸੀ ਤੁਸੀਂ ਆਹੀ ਕਹਿਣਾ ਕਿ ਚੰਗੇ ਭਲੇ ਬੰਦੇ ਵੀ ਸਾਧਾਂ ਦੇ ਤੁਰੇ ਫਿਰਦੇ ਨੇ, ਇਹ ਤੋਂ ਵੱਧ ਹਨੇਰ ਹੋ ਸਕਦਾ ਕੋਈ। ਪਰ ਮੇਰੀ ਸਮੱਸਿਆ ਹੋਰ ਸੀ। ਹਰਜੀਤ ਕੌਣ ਸੀ? ਜਿਸ ਨਾਲ ਮੇਰੇ ਮਾਪਿਆਂ ਨੇ ਫੇਰੇ ਕਰਵਾਏ ਸੀ, ਉਹ ਕੁੜੀ ਸੀ ਹਰਜੀਤ, ਫਤਿਹਪੁਰ ਦੀ। ਘਰਦਿਆਂ ਮੇਰਾ ਚੱਟ ਮੰਗਣੀ ਪਟਕ ਵਿਆਹ ਕਰ ਦਿੱਤਾ। ਪਰ ਸਿਆਣੇ ਕਹਿੰਦੇ ਨੇ ਕਾਲੀ ਅੱਗੇ ਟੋਏ ਹੁੰਦੇ ਨੇ, ਉਹੀ ਕਾਲੀ ਮੇਰੇ ਅੱਗੇ ਟੋਆ ਬਣ ਕੇ ਆ ਗਈ।
ਸਾਡੇ ਵਿਚਾਲੇ ਵਿਚਾਰਾਂ ਦਾ ਯੁੱਧ ਤਾਂ ਪਹਿਲੇ ਦਿਨ ਤੋਂ ਹੀ ਛਿੜ ਪਿਆ ਸੀ, ਪਰ 2.5 ਸਾਲਾਂ 'ਚ ਇਹ ਯੁੱਧ ਮਹਾਯੁੱਧ ਵਿੱਚ ਬਦਲ ਗਿਆ। ਉਹ ਸੁੱਤੀ ਪਈ ਉੱਠ ਕੇ ਚੀਕਾਂ ਮਾਰਨ ਲੱਗਦੀ, ਆਪਣੇ ਸਿਰ ਦੇ ਵਾਲ ਪੱਟਣ ਲੱਗਦੀ, ਘਰ ਦੀਆਂ ਚੀਜ਼ਾਂ ਭੰਨਣ ਲੱਗਦੀ, ਪੁੱਛਿਆ ਦੁੱਖ ਨਾ ਦੱਸਦੀ। ਨਿੱਕੀ ਨਿੱਕੀ ਗੱਲ ਤੋਂ ਅਸੀਂ ਖਿੱਬੜਨ ਲੱਗਦੇ। ਕਦੇ ਉਹ ਮੇਰੀਆਂ ਲਿਖੀਆਂ ਕਵਿਤਾਵਾਂ ਪਾੜ ਦਿੰਦੀ। ਮੈਨੂੰ ਪਤਾ ਤੁਸੀਂ ਕਿਉਂ ਕਵਿਤਾ ਲਿਖਦੇ ਹੋ। ਜਿਹੜੇ ਕਵੀ ਹੁੰਦੇ ਆ ਨਾ, ਉਹਨਾਂ ਦੇ ਕਈ ਤੀਵੀਆਂ ਰੱਖੀਆਂ ਹੁੰਦੀਆਂ। ਮੈਂ ਲਿਖਣ ਬੈਠਦਾ ਤਾਂ ਉਹ ਲੜਨ ਲੱਗ ਪੈਂਦੀ। ਬਥੇਰਾ ਚਿਰ ਮੈਂ ਅੰਦਰ ਬੜਬੜ ਜਰਦਾ ਰਿਹਾ। ਆਖਰ ਜਦੋਂ ਉਹਦਾ ਪਾਗਲਪਣ ਹੱਦੋਂ ਵੱਧ ਗਿਆ, ਮੈਂ ਮਾਪਿਆਂ ਅੱਗੇ ਹਾਲ ਪਾਰਿਆ ਲਾ ਦਿੱਤੀ। ਫਤਿਹਪੁਰੀਏ ਬਾਬੇ ਦੇ ਜਾਂਦੇ ਸੀ। ਘਰਦਿਆਂ ਮੱਲੋਂ ਜੋਰੀ ਮੈਨੂੰ ਵੀ ਹਰਜੀਤ ਨਾਲ ਤੋਰ ਦਿੱਤਾ। ਹਰਜੀਤ ਨੂੰ ਡੇਰੇ ਛੱਡਣ ਤੋਂ ਮੈਂ ਨਾ ਨੁੱਕਰ ਕੀਤੀ, ਪਰ ਮੇਰੀ ਸੱਸ ਨਾ ਮੰਨੀ। ਅਖੀਰ ਮੈਂ ਸੋਚਿਆ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਮਝਾਉਣ ਦਾ। ਮੈਂ ਹਰਜੀਤ ਨੂੰ ਛੱਡ ਕੇ ਪਿੰਡ ਮੁੜ ਆਇਆ। 3-4 ਦਿਨਾਂ ਬਾਅਦ ਮੇਰੇ ਸੱਸ ਸਹੁਰਾ ਹਰਜੀਤ ਨੂੰ ਘਰ ਛੱਡ ਗਏ। ਮੇਰਾ ਜੀ ਤਾਂ ਕੀਤਾ ਕਿ ਪੁੱਛਾਂ ਕੀ ਕਹਿੰਦਾ ਤੁਹਾਡਾ ਬਾਬਾ, ਪਰ ਮੈਂ ਚੁੱਪ ਰਿਹਾ। ਕੁਝ ਦਿਨ ਸੌਖੇ ਲੰਘੇ, ਮੈਂ ਵੀ ਸ਼ੁਕਰ ਮਨਾਇਆ। ਪਰ ਫੇਰ ਇੱਕ ਦਿਨ ਉਹੀ ਕਹਾਣੀ ਸ਼ੁਰੂ ਹੋ ਗਈ। ਫਤਿਹਪੁਰੀਏ ਆ ਗਏ। ਉਹਨਾਂ ਮੁੜ ਬਾਬੇ ਤੇ ਜਾਣ ਦੀ ਗੱਲ ਕੀਤੀ, ਪਰ ਮੈਂ ਨਾ ਮੰਨਿਆ। ਡਾਕਟਰ ਤੇ ਜਾਣ ਨੂੰ ਉਹ ਨਾ ਮੰਨੇ। ਅਖੀਰ ਉਹ ਹਰਜੀਤ ਨੂੰ ਆਪਣੇ ਨਾਲ ਲੈ ਗਏ। 6 ਮਹੀਨੇ ਚੁੱਪ ਵਿੱਚ ਹੀ ਬੀਤ ਗਏ। ਮੁੜ ਮੈਂ ਘਰਦਿਆਂ ਨਾਲ 2 ਹਰਫੀ ਗੱਲ ਮੁਕਾ ਲਈ। ਉਸ ਪਾਗਲ ਔਰਤ ਨਾਲ ਰਹਿਣ ਨੂੰ ਮੈਂ ਨਹੀਂ ਸੀ ਰਾਜੀ। ਅੰਤ ਨੂੰ ਸਾਡਾ ਛੱਡ-ਛੱਡਾ ਹੋ ਗਿਆ। ਮੁੜ ਮੈਂ ਇਹ ਜ਼ਿੰਦਗੀ ਅਮਨ ਦੇ ਲੇਖੇ ਲਾ ਦਿੱਤੀ। ਮੁੜ ਲੇਖੇ ਲਾਈ ਦਾ ਕੀ ਭਾ, ਜਦ ਸਹੀ ਵੇਲੇ ਤਾਂ ਤੂੰ ਹਿੰਮਤ ਨਾ ਕੀਤੀ। ਮੈਂ ਜਾਣਦਾ ਸੀ ਅਮਨ ਨੇ ਆਹੀ ਗੱਲ ਕਹਿਣੀ ਆ। ਹੁਣ ਜੇ ਆਪਣਾ ਫੈਸਲਾ ਮੈਂ ਉਹਨੂੰ ਦੱਸਾਂ, ਪਰ ਹੁਣ ਖਬਰਾਂ ਉਹ ਕਿੱਥੇ ਹੋਣੀ ਆ। ਜਾਣਾ ਕਿੱਥੇ ਇਹਨਾਂ ਸਾਧਾਂ ਨੇ, ਜੇਲ੍ਹ ਕੱਟ ਕੇ ਫੇਰ ਸਤਸੰਗ ਸ਼ੁਰੂ ਕਰ ਦੂ। ਇਹਨਾਂ ਦਾ ਬੀਨਾਸ਼ ਕਰਨਾ ਤਾਂ ਫਾਹੇ ਟੰਗੋ ਇਹਨਾਂ ਨੂੰ। ਕਈ ਵਾਰ ਜਦੋਂ ਮੈਂ ਉਦਾਸ ਹੋ ਜਾਂਦਾ ਤਾਂ ਮੇਰਾ ਵੀ ਜੀ ਕਰਦਾ ਹੈ ਕਿ ਮੈਂ ਸਾਧ ਹੋ ਜਾਵਾਂ। ਡੇਰੇ ਤਾਂ ਭਾਈ ਸਾਹਿਬ ਖੁੰਭਾਂ ਵਾਂਗੂ ਪੈਦਾ ਹੋ ਗਏ ਪੰਜਾਬ 'ਚ। ਸਾਰਾ ਕੁਝ ਛੱਡ ਕੇ ਕਿਸੇ ਡੇਰੇ ਜਾ ਬੈਠਾ। ਇੱਕ ਪਿੰਡ 'ਚ 2-2 ਤਾਂ ਬਾਬੇ ਬੈਠੇ ਨੇ। ਕਾਮਰੇਡ ਬਾਬਿਆਂ ਦੇ ਪਿੱਛੇ ਪਿਆ ਰਹਿੰਦਾ, ਜਿਵੇਂ ਮੈਂ ਉਦਾਸ ਪਿੰਡ ਵਾਲੀ ਕਵਿਤਾ ਦੇ ਪਿੱਛੇ ਪਿਆ ਰਹਿੰਦਾ। ਪਰ ਜਿਸ ਦਿਨ ਦਾ ਮੈਂ ਨਵਾਂ ਫੋਨ ਲਿਆ ਸੀ, ਲਿਖਣ ਪੜ੍ਹਨ ਵਾਲਾ ਕੰਮ ਮੱਠਾ ਪੈ ਗਿਆ ਸੀ। ਜਦੋਂ ਵੀ ਬੇਲ ਮਿਲਦੀ ਮੈਂ ਨੈੱਟ ਖੋਲ੍ਹ ਕੇ ਬਹਿ ਜਾਂਦਾ। ਅੱਗੇ ਹੀ ਅੱਗੇ ਕੁਝ ਨਾ ਕੁਝ ਖੁੱਲ੍ਹਦਾ ਤੁਰਿਆ ਜਾਂਦਾ। ਮੈਂ ਜੱਗੀ ਨੂੰ ਮਜ਼ਾਕ ਕਰਦਾ, ਆ ਤਾਂ ਯਾਰ ਮੈਂ ਪੈਸੇ ਦੇ ਕੇ ਮੁਸੀਬਤ ਮੁੱਲ ਲੈ ਲਈ। ਆਹ ਵੇਖ ਮੇਰੀ ਫੇਸਬੁੱਕ। ਹਲੇ ਕੱਲ ਹੀ ਮੈਂ ਫੋਟੋ ਪਾਈ ਸੀ, 384 ਲਾਈਕਾਂ ਤੇ 40 ਕਮੈਂਟ ਵੀ ਆ ਗਏ। ਵਾਹ ਬਈ ਵਾਹ। ਤੂੰ ਆਪਣੀਆਂ ਕਵਿਤਾਵਾਂ ਵੀ ਫੇਸਬੁੱਕ ਤੇ ਪਾਇਆ ਕਰ। ਕਿਤਾਬਾਂ ਅੱਜ ਕੱਲ ਕੋਈ ਨਹੀਂ ਪੜ੍ਹਦਾ। ਲਿਆ ਤੇਰਾ ਵੀ ਅਕਾਊਂਟ ਬਣਾਵਾਂ ਮੈਂ ਫੇਸਬੁੱਕ ਤੇ, ਆ ਜਾ ਫਿਰ। ਜੱਗੀ ਨੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿੱਤਾ। ਧੜਾ ਧੜ ਲਾਈਕ ਤੇ ਕਮੈਂਟ ਆਉਣ ਲੱਗੇ। ਕੋਈ ਕਵਿਤਾ ਨੂੰ ਸਿਰਾ ਆਖਦਾ, ਕੋਈ ਕੋਕਾ, ਕੋਈ ਅੱਤ। ਮੈਂ ਇਹੋ ਜਿਹੇ ਕਮੈਂਟ ਪੜ੍ਹ ਅੱਕ ਗਿਆ। ਇਹ ਅਸਹਿਤਕ ਜਿਹੀ ਭਾਸ਼ਾ ਕਵਿਤਾ ਲਈ ਨਹੀਂ ਹੋ ਸਕਦੀ। ਇਹ ਸੋਚ ਕੇ ਮੈਂ ਫੇਸਬੁੱਕ ਤੇ ਕਵਿਤਾਵਾਂ ਪਾਉਣੀਆਂ ਬੰਦ ਕਰ ਦਿੱਤੀਆਂ। ਸੀਰਾ ਕਈ ਦਿਨ ਪਿੱਛੇ ਪਿਆ ਰਿਹਾ। ਉਹ ਕਹਿੰਦਾ ਮੇਰੇ ਬਾਪੂ ਦੇ ਦੁੱਖ ਦੀ ਕਵਿਤਾ ਲਿਖ ਕੇ ਫੇਸਬੁੱਕ ਤੇ ਪਾ, ਮੈਂ ਤੇਰੀ ਪੋਸਟ ਸ਼ੇਅਰ ਕਰੂੰਗਾ। ਮੈਂ ਉਹਨੂੰ ਹਰ ਵਾਰ ਬਹਾਨਾ ਬਣਾ ਕੇ ਟਾਲ ਦਿੰਦਾ। ਮੈਨੂੰ ਕਵਿਤਾ ਨਾ ਸੁੱਝਦੀ। ਮੈਂ ਡਾਇਰੀ ਦੇ ਕਈ ਸਫ਼ੇ ਖਰਾਬ ਕਰ ਦਿੱਤੇ।
2-4 ਸਤਰਾਂ ਲਿਖ ਕੇ ਖੁਦ ਹੀ ਕੱਟ ਦਿੰਦਾ। ਦੁੱਖ ਕਿਤੇ ਅੰਦਰੋਂ ਹੀ ਪੈਦਾ ਹੋ ਜਾਂਦਾ। ਸਾਰਾ ਪਿੰਡ ਗਿਆਨੀ ਦੀ ਖਬਰ ਲੈਣ ਆਉਂਦਾ। ਗਿਆਨੀ ਨੂੰ ਡਾਕਟਰਾਂ ਨੇ ਕੈਂਸਰ ਦੱਸਿਆ ਸੀ, ਪਰ ਪਤਾ ਉਦੋਂ ਲੱਗਿਆ ਜਦੋਂ ਇਲਾਜ ਵੀ ਨਹੀਂ ਸੀ ਹੋ ਸਕਦਾ। ਜਦੋਂ ਦਾ ਗਿਆਨੀ ਮੰਜੇ ਤੇ ਪਿਆ ਸੀ, ਸਵੇਰੇ ਸ਼ਾਮ ਗੁਰਦੁਆਰੇ ਵੱਜਣ ਵਾਲਾ ਸਪੀਕਰ ਬੰਦ ਹੋ ਗਿਆ। ਡੀਪੂ ਵਾਲਾ ਦਾ ਮੁੰਡਾ ਸਵੇਰੇ ਸ਼ਾਮ ਸੇਵਾ ਕਰ ਦਿੰਦਾ, ਬਿਨਾਂ ਸਪੀਕਰ ਤੋਂ ਪਾਠ ਕਰਦਾ, ਲੋਕ ਗੱਲਾਂ ਕਰਦੇ। ਗਿਆਨੀ ਵਿਚਾਰਾ ਗਿਆਨੀ ਬਣਿਆ ਰਿਹਾ, ਵੇਲੇ ਸਿਰ ਜਾਂਚ ਕਰਾ ਲੈਂਦਾ, ਦੁੱਖ ਤਾਂ ਫੜਿਆ ਜਾਂਦਾ। ਦੇਖਿਆ ਲੋਕ ਕਿੰਨੇ ਭੋਲੇ ਹੁੰਦੇ ਨੇ, ਜੋ ਉਹ ਗੱਲ ਸੋਚਦੇ ਨੇ ਮੈਂ ਉਹ ਤੋਂ ਅਗਲੀ ਗੱਲ ਸੋਚਦਾ। ਕਿਹਾ ਸੀ ਨਾ, ਜੋ ਮੈਨੂੰ ਦਿਖਦਾ ਉਹ ਤੁਹਾਨੂੰ ਨਹੀਂ ਦਿਖਦਾ। ਮੈਨੂੰ ਦਿਖਦੀਆਂ ਨੇ ਗਿਆਨੀ ਦੀਆਂ 4 ਕੁੜੀਆਂ, 3 ਵਿਆਹੀਆਂ ਤੇ ਚੌਥੀ ਵਿਆਹ ਦੇ ਯੋਗ। ਗਿਆਨੀ ਦਾ ਇੱਕੋ ਇੱਕ ਮੁੰਡਾ ਜਿਹਨੂੰ ਸਾਰਾ ਪਿੰਡ ਸਤਮਾਹਾ ਕਹਿ ਕੇ ਛੇੜਦਾ ਹੈ। 10 ਜਮਾਤਾਂ ਪੜ੍ਹ ਕੇ ਅੱਜ ਕੱਲ੍ਹ ਅੱਡੇ ਵਾਲੇ ਡਾਕਟਰ ਨਾਲ ਲੱਗਿਆ ਹੋਇਆ। ਮੈਨੂੰ ਜੇਬ ਨਜ਼ਰ ਆਉਂਦੀ ਹੈ ਗਿਆਨੀ ਦੀ। ਸਾਰੀ ਉਮਰ ਪਾਠਾਂ ਤੇ ਬਹਿ ਕੇ ਉਹਦੇ ਗੋਡੇ ਜੁੜ ਗਏ, ਪਰ ਘਰ ਨਹੀਂ ਚੱਜ ਨਾਲ ਜੁੜਿਆ। ਤੁਸੀਂ ਦੱਸੋ ਕਿਵੇਂ ਕਰਾ ਲੈਂਦਾ ਗਿਆਨੀ ਇਲਾਜ? ਉਹਨੇ ਤਾਂ ਅਖੀਰ ਮਰਨਾ ਹੀ ਸੀ। ਪਿਛਲੇ ਬਰੇ ਦੂਜੀਆਂ ਦਾ ਵੱਡਾ ਮੁੰਡਾ ਵੀ ਇਸੇ ਰੋਗ ਨਾਲ ਮਰਿਆ। ਅਜੇ ਤਾਂ ਖਬਰ ਹੈ ਕਿ ਇਹਦੇ ਅੰਦਰੋਂ ਕੀ ਨਿਕਲਣਾ। ਇਹ ਨਵਾਂ ਪੰਜਾਬ ਹੈ ਜਨਾਬ, ਜਿੱਥੇ ਖੇਤਾਂ ਵਿੱਚ ਫਸਲਾਂ ਨਹੀਂ ਜ਼ਹਿਰ ਉੱਗਦਾ। ਮੈਂ ਜਦੋਂ ਇਹ ਗੱਲਾਂ ਸੋਚਦਾ ਫਿਰ ਮੈਨੂੰ ਲੱਗਦਾ ਪਿੰਡ ਦੀ ਨਹੀਂ, ਸਗੋਂ ਮੈਨੂੰ ਪੂਰੇ ਪੰਜਾਬ ਦੀ ਕਵਿਤਾ ਲਿਖਣੀ ਚਾਹੀਦੀ ਹੈ। ਬੰਦੇ ਨੂੰ ਇੱਕ ਬਿਮਾਰੀ ਖਾਂਦੀ ਹੈ ਤੇ ਦੂਜਾ ਹਸਪਤਾਲ। ਖਾ ਤਾਂ ਬੰਦੇ ਨੂੰ ਚਿੰਤਾ ਵੀ ਜਾਂਦੀ ਹੈ ਬੱਲਿਆ। ਬਾਣੀ 'ਚ ਵੀ ਲਿਖਿਆ, ਚਿੰਤਾ ਚਿਖਾ ਸਮਾਨ ਹੁੰਦੀ ਹੈ। ਅੰਦਰੋਂ ਅੰਦਰੀ ਦੁਖਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ, ਪਰ ਮੈਂ ਜਾਣਦਾ ਸਾਂ ਇਹਨਾਂ ਸਵਾਲਾਂ ਨੇ ਤਾਏ ਨੂੰ ਦੁੱਖ ਦੇਣਾ, ਇਸ ਲਈ ਮੈਂ ਚੁੱਪ ਰਿਹਾ। ਪਰ ਮੈਂ ਮਨ ਵਿੱਚ ਸੋਚਿਆ, ਤਾਏ ਦੀ ਉਦਾਸੀ ਨੂੰ ਕਵਿਤਾ ਵਿੱਚ ਬਿਆਨ ਜ਼ਰੂਰ ਕਰੂੰਗਾ। ਮੈਂ ਆਪਣੀ ਡਾਇਰੀ ਵਿੱਚ ਨੋਟ ਕਰ ਲਿਆ। ਉਸ ਤੋਂ ਅਗਲੇ ਸਫ਼ੇ ਤੇ ਅਮਨ ਦੀ ਜਨਮ ਤਰੀਕ ਲਿਖੀ ਹੋਈ ਸੀ। ਭੁੱਲ ਜਾਣ ਦੇ ਡਰੋਂ ਮੈਂ ਖਾਸ ਤਰੀਕਾਂ ਨੋਟ ਕਰਕੇ ਰੱਖਦਾ। ਜਨਮ ਤਰੀਕ ਦੇਖ ਕੇ ਮੈਨੂੰ ਕਈ ਕੁਝ ਯਾਦ ਆ ਗਿਆ। ਅਸੀਂ ਦੋਵੇਂ ਇੱਕ ਦੂਜੇ ਦਾ ਜਨਮ ਦਿਨ ਮਨਾਉਂਦੇ ਹੁੰਦੇ ਸੀ। ਅਮਨ ਨੇ ਮੇਰੇ ਕੋਲੋਂ ਵਾਅਦਾ ਲਿਆ ਸੀ ਕਿ ਅਸੀਂ ਆਪਣੇ ਜਨਮ ਦਿਨ ਵਾਲੇ ਦਿਨ ਰੁੱਖ ਲਾਇਆ ਕਰਾਂਗੇ। 4 ਸਾਲ ਅਸੀਂ ਰੁੱਖ ਲਾਉਂਦੇ ਰਹੇ। ਫਿਰ ਜਦੋਂ ਅਮਨ ਦਾ ਤੇ ਮੇਰਾ ਰਿਸ਼ਤਾ ਨਾ ਰਿਹਾ, ਉਸ ਸਾਲ ਮੈਂ ਇੱਕ ਵੀ ਰੁੱਖ ਨਾ ਲਾਇਆ। ਪਰ ਫਤਿਹਪੁਰੀਆਂ ਨਾਲ ਰਿਸ਼ਤਾ ਟੁੱਟਣ ਤੋਂ ਪਿੱਛੋਂ ਉਸੇ ਸਾਲ ਮੈਂ ਆਪਣੇ ਤੇ ਅਮਨ ਦੇ ਨਾਂ ਦੇ ਬੂਟੇ ਲਾਏ। ਉਹ ਸ਼ਿਵ ਦੀ ਕਵਿਤਾ ਗਾਇਆ ਕਰਦੀ ਸੀ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਕਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗੱਲ ਲਾਵਾਂ, ਇੱਕ ਮੇਰੀ ਮਹਿਬੂਬਾ ਵਾਂਕਣ ਮਿੱਠਾ ਤੇ ਦੁਖਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ, ਕੁਝ ਰੁੱਖ ਜਦ ਵੀ ਰਲ ਕੇ ਝੂਮਣ ਤੇਜ ਵਗਣ ਜਦ ਹਵਾਵਾਂ, ਸਾਵੀਂ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ, ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ, ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ, ਜਿਉਂ ਰੁੱਖਾਂ ਦੀਆਂ ਛਾਵਾਂ। ਮੈਂ ਕਵਿਤਾ ਦੀਆਂ ਸਤਰਾਂ ਬਦਲ ਦਿੰਦਾ। ਕੁਝ ਰੁੱਖ ਮੇਰਾ ਜੀ ਕਰਦਾ ਏ ਚੁੰਮਾ ਤੇ ਸਦਾ ਕਾਇਮ ਰਹਾ ਇਸ ਰਿਸ਼ਤੇ ਵਿੱਚ। ਅਮਨ ਨੂੰ ਯਾਦ ਕਰਦਿਆਂ ਮੈਨੂੰ ਉਹਦਾ ਰੁੱਖਾਂ ਪ੍ਰਤੀ ਮੋਹ ਯਾਦ ਆ ਜਾਂਦਾ। ਮੇਰਾ ਮਨ ਕਰਦਾ ਹੈ ਇੱਕ ਕਵਿਤਾ ਰੁੱਖਾਂ ਬਾਰੇ ਵੀ ਲਿਖਾਂ, ਰੁੱਖਾਂ ਅਤੇ ਕੁਦਰਤ ਬਾਰੇ। ਕੁਦਰਤ ਤਾਂ ਆਧਾਰ ਹੈ ਸਾਡੀ ਜ਼ਿੰਦਗੀ ਦਾ। ਅਮਨ ਆਖਿਆ ਕਰਦੀ ਸੀ, ਵਿਆਹ ਤੋਂ ਬਾਅਦ ਆਪਾਂ ਸੰਸਥਾ ਬਣਾਵਾਂਗੇ, ਰੁੱਖਾਂ ਤੇ ਪਾਣੀ ਦੀ ਸੰਭਾਲ ਲਈ ਯਤਨ ਕਰਾਂਗੇ।
ਦੋਹਾਂ ਤੋਂ ਬਗੈਰ ਜ਼ਿੰਦਗੀ ਕਲਪੀ ਨਹੀਂ ਜਾ ਸਕਦੀ। ਸਰਪੰਚ ਸਾਹਿਬ ਦੇਖ ਲਓ, ਪਹਿਲਾਂ ਪਾਣੀ ਜੀਵਨ ਦਾ ਆਧਾਰ ਹੁੰਦਾ ਸੀ, ਹੁਣ 37 ਪ੍ਰਕਾਰ ਦੇ ਰੋਗ ਲਾਉਂਦਾ। ਕਮਾਲ ਦੇਖ ਲਓ ਬੰਦੇ ਦਾ, ਧਰਤੀ ਦੇ ਐਨ ਹੇਠਾਂ ਵੀ ਪਾਣੀ ਦੂਸ਼ਿਤ ਕਰ। ਸਰਪੰਚ ਸਾਹਿਬ, ਪਾਣੀ ਸੱਚਮੁੱਚ ਪੀਣ ਲਾਇਕ ਨਹੀਂ ਆਪਣੇ ਵਾਟਰ ਵਰਕਸ ਦਾ। ਪੀਣ ਵਾਲੇ ਪਾਣੀ ਦੀ ਟੈਂਕੀ ਸਾਫ਼ ਕਰਵਾਓ ਤੇ ਪਿੰਡ 'ਚ ਆਰਓ ਸਿਸਟਮ ਲਵਾਓ। ਓਏ ਇਹਨੂੰ ਬੰਦ ਹੋਈ ਨੂੰ ਤਾਂ 6 ਮਹੀਨੇ ਹੋ ਗਏ ਭਤੀਜ, ਸਾਰੇ ਪਿੰਡ ਦਾ ਬਿੱਲ ਖੜਾ ਸਿਰ। ਉਹ ਜਦੋਂ ਬਿੱਲ ਹੀ ਨਹੀਂ ਭਰਦੇ ਫਿਰ ਪਾਣੀ ਅਸੀਂ ਖੂਹ ਗੇੜ ਕੇ ਕੱਢੀਏ। ਸਰਪੰਚ ਦੀਆਂ ਰੁੱਖੀਆਂ ਗੱਲਾਂ ਸੁਣ ਕੇ ਮੈਂ ਪੈਰ ਮਲਦਾ ਮੁੜਿਆ ਆ। ਬਾਣੀ ਵਿੱਚ ਪਾਣੀ ਨੂੰ ਮਹਾਨ ਦੱਸਿਆ ਗਿਆ। ਪੁਰਾਣੇ ਲੋਕ ਦੁੱਧ ਵੇਚਣਾ ਪਾਪ ਸਮਝਦੇ ਸੀ, ਪਰ ਅੱਜ ਕੱਲ ਤਾਂ ਪਾਣੀ ਵੀ ਮੁੱਲ ਵਿਕਣ ਲੱਗ ਗਿਆ। ਕੀ ਗੱਲ ਪਾਲੀ, ਪਿੰਡ 'ਚ ਕਾਲ ਪੈ ਗਿਆ ਪਾਣੀ ਦਾ? ਹਾਂ ਲਿਖਾਰੀ ਸਾਹਿਬ, ਕਾਲ ਹੀ ਸਮਝੋ। 2-4 ਸਾਲ ਠਹਿਰ ਜਾਓ, ਤੁਸੀਂ ਤਾਂ ਬੋਰ 'ਚ ਵੜ ਕੇ ਪਾਣੀ ਕੱਢਿਆ ਕਰੋਗੇ। ਲਿਖਦੇ ਫਿਰ ਤੂੰ ਵੀ ਕੋਈ ਕਵਿਤਾ ਪਾਣੀ ਤੇ। ਕਵਿਤਾ ਨਾਲ ਕੁਝ ਨਹੀਂ ਬਣਦਾ, ਪਹਿਲਾਂ ਬਥੇਰੀਆਂ ਲਿਖੀਆਂ ਪਈਆਂ। ਤੇ ਫਿਰ ਕੁਦਰਤ ਨਾਲ ਛੇੜਛਾੜ ਕਰ ਰਹੇ ਮਨੁੱਖ ਨੂੰ ਕਰੋਨਾ ਨਾਂ ਦੀ ਕਰੋਪੀ ਨੇ ਆ ਘੇਰਿਆ। ਜ਼ਿੰਦਗੀ ਦੀ ਭੱਜ ਦੌੜ ਵਿੱਚ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕਰਦਾ ਮਨੁੱਖ ਅੰਦਰ ਵੜ ਕੇ ਬਹਿ ਗਿਆ। ਆਕਸੀਜਨ ਦੀ ਅਹਿਮੀਅਤ ਮਨੁੱਖ ਨੂੰ ਉਦੋਂ ਮਹਿਸੂਸ ਹੋਈ ਜਦੋਂ ਕੁਦਰਤ ਨੇ ਉਹਦੇ ਸਿਰ ਤੇ ਸੱਟ ਮਾਰੀ। ਪੁਲਾੜਾਂ ਨੂੰ ਜਿੱਤਣ ਵਾਲਾ ਇਨਸਾਨ ਆਕਸੀਜਨ ਦੇ ਸਿਲੰਡਰ ਲੱਭਦਾ ਪਾਗਲ ਹੋ ਗਿਆ। ਕੀ ਪੁੱਛਦੇ ਹੋ? ਇਹੋ ਜਿਹੇ ਦਿਨ ਵੀ ਆਉਣਗੇ ਜਦੋਂ ਪੀਣ ਲਈ ਪਾਣੀ ਤੇ ਖਾਣ ਲਈ ਅਨਾਜ ਨਹੀਂ ਹੋਣਾ? ਹਾਂ, ਯਕੀਨਨ ਆਉਣਗੇ। ਮੈਂ ਇਸ ਗੱਲ ਬਾਰੇ ਕਵਿਤਾ ਲਿਖਾਂਗਾ। ਬੇ ਪੁੱਤ ਅਸੀਮ, ਬੇ ਤੇਰੀ ਮਾਸੀ ਆ ਗਈ ਅੱਡੇ ਤੇ, ਜਾ ਲਿਆ ਮੇਰਾ ਪੁੱਤ ਬਣ ਕੇ। ਬੇਬੇ ਕਾਂ ਤਾਂ ਬੋਲਦਾ ਸੁਣਿਆ ਨਹੀਂ, ਮਾਸੀ ਕਿੱਥੋਂ ਆ ਗਈ? ਮੈਂ ਬੇਬੇ ਨੂੰ ਮਜ਼ਾਕ ਕੀਤਾ ਸੀ, ਪਰ ਫਿਰ ਖੁਦ ਹੀ ਇਸ ਗੱਲ ਦਾ ਜਵਾਬ ਆਪਣੇ ਆਪ ਨੂੰ ਦਿੰਦਾ ਹਾਂ। ਹੁਣ ਕਾਂ ਨਹੀਂ ਮੋਬਾਈਲ ਬੋਲਦਾ, ਮਾਸੀ ਦਾ ਫੋਨ ਆਇਆ ਹੋਣਾ। ਬੇਬੇ ਵੀ ਅੱਜ ਕੱਲ ਸਭ ਕੁਝ ਸਿੱਖ ਗਈ ਹੈ, ਝੱਟ ਬਟਨ ਦੱਬ ਕੇ ਕੰਨ ਨੂੰ ਲਾ ਲੈਂਦੀ ਹੈ। ਮੁੜ ਕਈ ਦਿਨ ਕਵਿਤਾ ਦਾ ਧਿਆਨ ਹੀ ਨਾ ਆਇਆ। ਸੈਣੀਆਂ ਦਾ ਬੁੜਾ ਰਾਹ ਗਲੀ ਮਿਲਦਾ ਤਾਂ ਖਾਲੀ ਘਰਾਂ ਦੀ ਕਵਿਤਾ ਲਿਖਣ ਨੂੰ ਆਖਦਾ। ਸੀਰਾ ਮਿਲਦਾ, ਉਹ ਆਪਣੇ ਬਾਪੂ ਲਈ ਕਵਿਤਾ ਲਿਖਣ ਲਈ ਆਖਦਾ। ਮੈਂ ਦੋਵਾਂ ਨੂੰ ਲਿਖਣ ਦਾ ਵਾਅਦਾ ਕਰਕੇ ਟਾਲ ਦਿੰਦਾ। ਕਈ ਦਿਨ ਹੋ ਗਏ ਮੈਂ ਕਵਿਤਾ ਬਾਰੇ ਸੋਚਿਆ ਹੀ ਨਹੀਂ। ਮੈਨੂੰ ਜੱਗੇ ਦੀ ਗੱਲ ਸੱਚੀ ਲੱਗਣ ਲੱਗਦੀ ਕਿ ਹੁਣ ਕੋਈ ਨਹੀਂ ਪੜ੍ਹਦਾ। ਤੁਸੀਂ ਦੱਸੋ, ਜਦ ਕੋਈ ਪੜ੍ਹਦਾ ਹੀ ਨਹੀਂ, ਮੈਂ ਕਵਿਤਾ ਕਿਸ ਲਈ ਲਿਖਾਂ? ਆਪਾਂ ਪਿੰਡ 'ਚ ਰੁੱਖ ਲਾਈਏ, ਆਲਾ ਦੁਆਲਾ ਚਹਿਕ ਉੱਠੂਗਾ। ਪੰਛੀ ਰੁੱਖਾਂ ਤੇ ਆਲਣੇ ਬਣਾਉਣਗੇ। ਮੈਨੂੰ ਪੰਛੀ ਬਹੁਤ ਚੰਗੇ ਲੱਗਦੇ ਨੇ, ਨਾਲੇ ਅਗਲੀ ਪੀੜ੍ਹੀ ਰੁੱਖਾਂ ਦੀ ਛਾਂ ਮਾਣਿਆ ਕਰੂਗੀ। ਕਵਿਤਾ ਕੋਈ ਪੜ੍ਹੇ ਨਾ ਪੜ੍ਹੇ, ਛਾਂ ਤਾਂ ਸਭ ਨੂੰ ਹੀ ਚਾਹੀਦੀ ਆ। ਜਿਉਂਦਾ ਬੰਦਾ ਸਾਹ ਵੀ ਤਾਂ ਰੁੱਖਾਂ ਕਰਕੇ ਹੀ ਲੈਂਦਾ। ਆ ਬੰਦੇ ਨੂੰ ਬੁੱਤ ਹੋਣੋਂ ਬਚਾਈਏ। ਓਏ ਕਮਲਿਆ, ਓ ਪੰਛੀ ਤਾਂ ਟਾਵਰਾਂ ਨੇ ਖਾ ਲੇ, ਰਹਿੰਦੀ ਕਸਰਾ ਰੇਹਾਂ ਸਪਰੇਆਂ ਨੇ ਕੱਢਤੀ। ਉੱਤੋਂ ਆਬਾਦੀ ਇੰਨੀ ਵਧੀ ਜਾਂਦੀ ਹੈ ਦੇਸ਼ ਦੀ, ਨਾਲੇ ਜੇ ਸਾਰੀ ਜਗ੍ਹਾ ਰੁੱਖ ਲਾਤੇ, ਉਹ ਲੋਕ ਕਿੱਥੇ ਰਹਿਣਗੇ? ਆਕਸੀਜਨ ਤਾਂ ਭਲਾ ਬੰਦਾ ਮੁੱਲ ਵੀ ਲੈ ਲੂ। ਉਹ ਅਗਲੇ ਅੱਡੇ ਵਾਲੀ ਟਾਲੀ ਵੱਢਣ ਨੂੰ ਫਿਰਦੇ ਨੇ, ਕਹਿੰਦੇ ਕਿਸੇ ਚੀਜ਼ ਦਾ ਬੁੱਤ ਲਾਉਣਾ।
ਓਏ ਹੁਣ ਕਿੱਥੇ ਚੱਲਿਆ ਤੂੰ? ਪਰੇ ਹਟ ਬਾਈ ਤੂੰ ਉਹ ਪਰੇ ਪਹਿਲਾਂ ਪਰੇ- ਮੈਨੂੰ ਪਰੇ ਵੱਢੋ ਹੋ। ਓਏ, ਫੇਰ ਵੱਢੋ ਟਾਲੀ। ਉਹ ਪਹਿਲਾਂ ਮੈਨੂੰ ਵੱਢੋ ਯਾਰ, ਮੈਨੂੰ ਨਹੀਂ ਪਤਾ। ਹਟ ਪਿੱਛੇ, ਉਹ ਤਾਂ ਤੇਰੇ ਲੱਗੂ ਕੁਛ। ਓਏ ਓਏ ਤੂੰ ਕਿੱਥੋਂ ਆ ਗਿਆ ਵਿੱਚ? ਇਹ ਸਰਕਾਰੀ ਕੰਮ ਹੈ। ਓਏ ਹਟਾ ਯਾਰ ਇਹਨੂੰ ਪਰੇ। ਜਾ ਜਾ ਕੇ ਕਵਿਤਾ ਕੁਵਿਤਾ ਲਿਖ, ਸੜਾ ਚਿਟਕਪੜੀ ਆ ਜਾ। ਓਏ ਇਹ ਤਾਂ ਕਰੈਕ ਹੈ ਯਾਰ, ਸਾਰਾ ਪਿੰਡ ਤਾਂ ਇਹਨੂੰ ਪਾਗਲ ਕਹਿੰਦਾ। ਐਵੇਂ दारू ਪੀ ਕੇ ਲੋਕਾਂ ਦੀ ਕੰਧਾਂ ਤੇ ਕਿਤਾਬਾਂ ਲਿਖਾਉਂਦਾ ਰਾਤ। ਪਾਗਲ ਬੰਦਾ ਯਾਰ। ਹੁਣ ਮੈਂ ਰੁੱਖਾਂ ਤੇ ਕਵਿਤਾ ਲਿਖਾਂਗਾ। ਕੰਮ ਰੋਕਣਾ। ਮੈਨੂੰ ਪਤਾ ਤੁਸੀਂ ਮੇਰੇ ਤੇ ਹੱਸ ਰਹੇ ਹੋਵੋਗੇ, ਓਏ ਇੱਥੇ ਤਾਂ ਪਰ ਮੇਰੇ ਪਿੱਛੇ ਪਿੰਡ ਉਦਾਸ ਖੜਾ ਦਿਖ ਰਿਹਾ ਹੈ।